ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਦੀ 19ਵੀਂ ਪੌੜੀ ਦੀ ਵਿਆਖਿਆ ਕਰਨ ਜਾ ਰਹੇ ਹਾਂ। ਕੁਦਰਤ ਕੌਣ ਕਹਾਂ ਵਿਚਾਰ ਦੀ 4 ਪੌੜੀਆਂ ਦੇ ਵਿੱਚ ਪਾਤਸ਼ਾਹ ਨੇ ਕੁਦਰਤ ਦੀ ਵਿਚਾਰ ਕੀਤੀ ਹੈ। ਕੁਦਰਤ ਦੀ ਗੱਲ ਆਖਦਿਆਂ ਹੋਇਆਂ ਨਾਲ ਇਹ ਵੀ ਕਹਿ ਰਹੇ ਨੇ ਕਿ ਮੈਂ ਕੌਣ ਹਾਂ ਕੁਦਰਤ ਦੀ ਵਿਚਾਰ ਕਰ ਸਕਾਂ। ਮਨੁੱਖ ਦੇ ਕੋਲ ਸੋਚ ਸ਼ਕਤੀ ਹੈ, ਬੋਲਣਾ ਹੈ, ਲੇਕਿਨ ਸੋਚ ਸ਼ਕਤੀ ਬੋਲਣ ਵਿੱਚ ਪੂਰਨ ਰੂਪ ਵਿੱਚ ਕੁਦਰਤ ਨੂੰ ਢਾਲਿਆ ਨਹੀਂ ਜਾ ਸਕਦਾ। ਤੇ ਫਿਰ ਵੀ ਜੋ ਕੁਝ ਅਨੁਭਵ ਵਿੱਚ ਆਇਆ ਹੈ, ਸਾਹਿਬ ਕੁਝ ਦਾ ਵਰਣਨ ਕਰ ਰਹੇ ਨੇ। ਅਸੰਖ ਨਾਮ ਅਸੰਖ ਥਾਂ, ਕੋਈ ਵੀ ਥਾਂ ਟਿਕਾਣਾ ਹੈ ਨਾਮ ਕਰਕੇ ਜਾਣਿਆ ਜਾਂਦਾ ਹੈ। ਥਾਂ ਟਿਕਾਣਾ, ਵਸਤੂ ਪਦਾਰਥ, ਜੀਵ ਜੰਤੂ, ਕੀੜੇ ਮਕੌੜੇ, ਪਸ਼ੂ ਪਕਸ਼ੀ, ਵਨਸਪਤੀ, ਸਭ ਇਹ ਥਾਂ ਨੇ, ਸਭ ਇਹਨਾਂ ਦਾ ਸਰੂਪ ਹੈ, ਇਹਨਾਂ ਦਾ ਨਾਮ ਹੈ। ਵਸਤੂ ਦੀ ਪਹਿਚਾਨ, ਹਸਤੀ ਦੀ ਪਹਿਚਾਨ ਪ੍ਰਥਮ ਨਾਮ ਕਰਕੇ ਹੀ ਹੁੰਦੀ ਹੈ। ਇਸ ਵਾਸਤੇ ਹਰ ਵਸਤੂ ਨੂੰ, ਹਰ ਹਸਤੀ ਨੂੰ ਮਨੁੱਖ ਨੇ ਬਕਾਇਦਾ ਨਾਮ ਦਿੱਤੇ ਨੇ। ਹਰ ਮੁਲਕ ਦਾ, ਹਰ ਸ਼ਹਿਰ ਦਾ, ਹਰ ਕਸਬੇ ਦਾ, ਹਰ ਗਲੀ ਦਾ, ਹਰ ਸੜਕ ਦਾ, ਹਰ ਬਿਮਾਰੀ ਦਾ, ਹਰ ਦਵਾਈ ਦਾ ਨਾਮ ਹੈ। ਇਸ ਤੋਂ ਅੱਗੇ ਜਾਈਏ, 5 ਤੱਤਾਂ ਦੇ ਨਾਮ ਨੇ। 5 ਤੱਤਾਂ ਤੋਂ ਫਿਰ ਬਣੇ ਸਾਜੋ ਸਮਾਨ ਦਾ, ਸੰਸਾਰ ਦਾ ਵੀ ਆਪਣਾ ਇੱਕ ਨਾਮ ਹੈ। ਸੂਰਜ, ਚੰਦ, ਤਾਰੇ, ਗ੍ਰਹਿ, ਨਛੱਤਰ, ਇਹ ਵੀ ਇੱਕ ਨਾਮ ਨੇ। ਜੋ ਕੁਝ ਮਨੁੱਖ ਦੇ ਦ੍ਰਿਸ਼ਟੀਗੋਚਰ ਆਇਆ ਹੈ, ਮਨੁੱਖ ਨੇ ਫੌਰਨ ਆਪਣੀ ਬੋਲੀ ਦੇ ਆਧਾਰ ਤੇ ਨਾਮ ਦਿੱਤਾ ਹੈ, ਕਿਉਂਕਿ ਸਮਝ ਆ ਗਈ ਨਾਮ ਤੋਂ ਬਿਨਾਂ ਗਿਆਨ ਲੈਣਾ ਬਹੁਤ ਔਖੀ ਗੱਲ ਹੈ, ਔਰ ਗਿਆਨ ਤੋਂ ਬਿਨਾਂ ਵਸਤੂ ਦੀ ਅਸਲੀਅਤ ਨੂੰ ਜਾਣਨਾ, ਉਹਦੇ ਨਾਲ ਸੰਬੰਧ ਜੋੜਨਾ ਔਖਾ ਹੋਵੇਗਾ। ਜਿੱਥੇ ਕੁਦਰਤ ਦੇ ਜਰਰੇ ਜਰਰੇ ਨੂੰ ਮਨੁੱਖ ਨੇ ਨਾਮ ਦਿੱਤਾ ਹੈ, ਉੱਥੇ ਮਨੁੱਖ ਨੇ ਮਨੁੱਖ ਨੂੰ ਵੀ ਨਾਮ ਦਿੱਤਾ ਹੈ। ਹਰ ਮਨੁੱਖ ਦੇ ਨਾਮ ਨੇ। ਤੇ ਜਦ ਕ੍ਰਿਤ ਮੰਡਲ ਦੇ ਨਾਮ ਰੱਖ ਕੇ ਮਨੁੱਖ ਵਿਹਲਾ ਹੋਇਆ ਤੇ ਫਿਰ ਮਨੁੱਖ ਨੇ ਕਰਤੇ ਪੁਰਖ ਨੂੰ ਵੀ ਨਾਮ ਦਿੱਤਾ। ਇਸ ਵਾਸਤੇ ਕਰਤੇ ਪੁਰਖ ਦੀ ਪਹਿਚਾਣ ਹਾਸਿਲ ਕਰਨ ਵਾਸਤੇ ਵੀ ਪਹਿਲੇ ਨਾਮ ਚਾਹੀਦਾ ਹੈ। ਇਤਨੀ ਗੱਲ ਸਪਸ਼ਟ ਹੈ ਕਿ ਵਜੂਦ ਪਹਿਲੇ ਹੈ, ਨਾਮ ਬਾਅਦ ਵਿੱਚ ਹੈ। ਹਸਤੀ ਪਹਿਲੇ ਹੈ, ਨਾਮ ਬਾਅਦ ਵਿੱਚ ਹੈ। ਪੁੱਤਰ ਦਾ ਜਨਮ ਪਹਿਲੇ ਹੋਇਆ ਹੈ, ਨਾਮ ਬਾਅਦ ਵਿੱਚ ਰੱਖਿਆ ਗਿਆ ਹੈ। ਪ੍ਰਕਿਰਤਿਕ ਮੰਡਲ ਦਾ ਜਨਮ ਪਹਿਲਾਂ ਹੋਇਆ ਹੈ, ਨਾਮ ਦੇਣ ਦੀ ਸੂਝ ਦਾ ਜਨਮ ਬਹੁਤ ਬਾਅਦ ਵਿੱਚ ਹੋਇਆ ਹੈ। ਤੋ ਜੈਸੇ ਪਦਾਰਥ ਨੂੰ ਬੋਲੀ ਦੇ ਆਧਾਰ ਉੱਤੇ ਵੱਖ-ਵੱਖ ਨਾਮ ਦਿੱਤੇ ਨੇ, ਪਰਮਾਤਮਾ ਨੂੰ ਵੀ ਮਨੁੱਖ ਨੇ ਆਪਣੀ ਬੋਲੀ ਦੇ ਆਧਾਰ ਉੱਤੇ ਵੱਖ-ਵੱਖ ਨਾਮ ਦਿੱਤੇ ਨੇ। ਖੁਦਾ ਹੈ, ਅੱਲਾ ਹੈ, ਰਾਮ ਹੈ, ਰਹੀਮ ਹੈ, ਕ੍ਰਿਸ਼ਨ ਹੈ, ਮਧੂਸੂਦਨ ਹੈ, ਮਾਧੋ ਹੈ, ਕਰਤਾਰ ਹੈ, ਨਿਰੰਕਾਰ ਹੈ, ਵਾਹਿਗੁਰੂ ਹੈ, ਸਤਨਾਮ ਹੈ, ਅਨੰਤ ਨਾਮ ਨੇ। ਸਾਹਿਬ ਕਹਿੰਦੇ ਨੇ, ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ। ਨਾਮ ਤੋਂ ਕਿ ਕਈ ਚੀਜ਼ ਜਨਮ ਨਹੀਂ ਲੈਂਦੀ, ਹਰ ਚੀਜ਼ ਅਨਾਮ ਹੁੰਦੀ ਹੈ। ਇਸ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਪਰਮਾਤਮਾ ਉਂਝ ਤੇ ਅਨਾਮ ਹੀ ਹੈ, ਅਨਾਮ ਹੈ। ਉਸ ਦਾ ਕੋਈ ਨਿਸ਼ਚਿਤ ਨਾਮ ਨਹੀਂ, ਔਰ ਉਸ ਦਾ ਕੋਈ ਨਿਸ਼ਚਿਤ ਥਾਂ ਨਹੀਂ। ਕੋਈ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਉਹ ਅੱਲਾ ਹੈ, ਰਾਮ ਨਹੀਂ ਹੈ। ਸਿਰਫ ਰਾਮ ਹੈ, ਮਾਧੋ ਨਹੀਂ ਹੈ। ਸਿਰਫ ਮਾਧੋ ਹੈ, ਗੌੜ ਨਹੀਂ ਹੈ। ਤੋ ਅਨੰਤ ਨਾਮ ਨੇ, ਬੇਸ਼ੁਮਾਰ ਨੇ, ਔਰ ਇਹ ਕਿਤਨੇ ਕੁ ਨਾਮ ਨੇ ਪਦਾਰਥਾਂ ਦੇ। ਜਦ ਪਦਾਰਥ ਹੀ ਸਾਰੇ ਦਾ ਸਾਰਾ ਨਹੀਂ ਗਿਣਿਆ ਜਾ ਸਕਦਾ, ਅਨੰਤ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਨਾਮ ਵੀ ਅਨੰਤ ਨੇ। ਅਸੰਖ ਨਾਮ ਅਸੰਖ ਥਾਮ, ਅਨੇਕਾਂ ਹੀ ਟਿਕਾਣੇ ਨੇ, ਅਨੰਤ ਪਸਾਰਾ ਹੈ। ਅਗਮ ਅਗਮ ਅਸੰਖ ਲੋਏ, ਅਨੰਤ ਐਸੇ ਦੀਪ ਨੇ, ਲੋ ਨੇ, ਖੰਡ ਨੇ, ਜੋ ਮਨੁੱਖ ਦੀ ਸੋਚ ਅੱਗੇ ਵੀ ਨਹੀਂ ਆ ਸਕੇ। ਅਨੰਤ ਸੂਰਜ ਨੇ, ਜਿਹਨੂੰ ਅਜੇ ਵਿਗਿਆਨਿਕ ਸਾਇੰਟਿਸਟ ਨਹੀਂ ਦੇਖ ਸਕੇ। ਐਸੇ ਐਸੇ ਗ੍ਰਹਿ ਨਕਸ਼ਤਰ ਨੇ, ਜਿਨ੍ਹਾਂ ਦੀ ਕਿਆਸ ਅਰਾਈਆਂ ਤੇ ਨੇ, ਪਰ ਅਜੇ ਵੀ ਦ੍ਰਿਸ਼ਟੀ ਵਿੱਚ ਨਹੀਂ ਆਏ, ਅਜੇ ਵੀ ਪਕੜ ਵਿੱਚ ਨਹੀਂ ਆਏ। ਤੋ ਸਾਹਿਬ ਕਹਿੰਦੇ ਨੇ, ਅਨੰਤ ਪਸਾਰਾ ਹੈ, ਪਰੇ ਤੋਂ ਪਰੇ ਦਾ ਪਸਾਰਾ ਹੈ। ਇਸ ਦੀਦ ਤੋਂ ਪਰੇ ਦੀ ਗੱਲ ਹੈ। ਅਨੇਕਾਂ ਲੋ ਨੇ, ਅਨੇਕਾਂ ਖੰਡ ਨੇ, ਜੋ ਅਗੰਮ ਨੇ। ਅਗੰਮ ਉਹਨੂੰ ਕਹਿੰਦੇ ਨੇ ਜਿੱਥੇ ਤੱਕ ਮਨੁੱਖ ਦੀ ਕਿਸੇ ਵੀ ਸ਼ਕਤੀ ਦੀ ਪਹੁੰਚ ਨਾ ਹੋਵੇ। ਤਨ ਦੀ ਪਹੁੰਚ ਨਾ ਹੋਵੇ, ਦਿਮਾਗ ਦੀ ਵੀ ਪਹੁੰਚ ਨਾ ਹੋਵੇ। 2 ਦਫਾ ਕਿਹਾ ਹੈ ਨਾ ਸਾਹਿਬ ਨੇ, ਅਗੰਮ ਅਗੰਮ। ਸਾਹਿਬ ਨੇ ਨਾ ਸਰੀਰ ਦੀ, ਸਾਹਿਬ ਕਹਿੰਦੇ ਨੇ ਉੱਥੇ ਨਾ ਸਰੀਰ ਦੀ ਪਹੁੰਚ ਹੈ, ਨਾ ਇੰਦਰੀਆਂ ਦੀ ਪਹੁੰਚ ਹੈ, ਔਰ ਨਾ ਹੀ ਮਨ ਦੀ ਪਹੁੰਚ ਹੈ। ਇਹੋ ਜਿਹੇ ਬਹੁਤ ਸਾਰੇ ਦੀਪ ਲੋ ਪਤਾਲ ਨੇ। ਐਸੇ ਪਸਾਰੇ ਵੀ ਹੈਗੇ ਨੇ ਕੁਦਰਤ ਵਿੱਚ। ਇਸ ਤਰ੍ਹਾਂ ਦੇ ਲੋ ਵੀ ਨੇ, ਇਸ ਤਰ੍ਹਾਂ ਦੀ ਪੁਰੀਆਂ ਵੀ ਹੈਗੀਆਂ ਨੇ, ਔਰ ਕਿੰਨੀਆਂ ਨੇ ਜੋ ਗਿਣੀਆਂ ਹੀ ਨਹੀਂ ਜਾ ਸਕਦੀਆਂ। ਅਸੰਖ ਕਹੇ ਸਿਰ ਪਾਰ ਹੋਏ। ਫਿਰ ਸਤਿਗੁਰ ਕਹਿੰਦੇ ਨੇ, ਜਗਤ ਦੇ ਇਸ ਪਸਾਰੇ ਨੂੰ ਅਸੰਖ ਵੀ ਕਹਿ ਦਿੱਤਾ ਜਾਏ ਤਾਂ ਸਿਰ ਦੇ ਉੱਤੇ ਪਾਰ ਪਏਗਾ। ਗਲਤ ਬਿਆਨੀ ਕਰਨ ਦਾ। ਇੱਥੇ ਅਸੰਖ ਦਾ ਮੁਰਾਦ ਹਿੰਦਸਾ ਹੈ। ਜਗਤ ਦੀ ਬਣਤਰ ਨੂੰ ਅਸੰਖ ਹਿੰਦਸੇ ਨਾਲ ਨਹੀਂ ਜੋੜਿਆ ਜਾ ਸਕਦਾ।
ਬਈ ਫਲਾਣੀ ਚੀਜ਼ ਅਸੰਖ ਹੈ, ਫਲਾਣੀ ਹਸਤੀਆਂ ਅਸੰਖ ਨੇ, ਫਲਾਣੇ ਜੀਵ ਜੰਤੂ ਅਸੰਖ ਨੇ। ਸਾਹਿਬ ਕਹਿ ਦਿੰਦੇ ਨੇ ਭਾਰ ਪੈ ਜਾਏਗਾ। ਅਸੰਖ ਆ ਕੇ ਸਭ ਕੁਝ ਦੀ ਗਿਣਤੀ ਹੋ ਗਈ। ਜਿਸ ਕਿਸ ਦੀ ਗਿਣਤੀ ਹੋ ਗਈ, ਸੀਮਾ ਬਣ ਗਈ, ਤੇ ਜਿਹਦੀ ਸੀਮਾ ਬਣ ਗਈ ਉਹ ਪਕੜ ਵਿੱਚ ਆ ਗਿਆ। ਜੋ ਪਕੜ ਵਿੱਚ ਆ ਗਿਆ ਉਹ ਪੂਜ ਨਹੀਂ ਹੈ, ਉਹ ਪ੍ਰਤਿਸ਼ਠਾ ਕਰਨ ਯੋਗ ਨਹੀਂ ਰਹਿੰਦਾ। ਉੱਥੇ ਮਨੁੱਖ ਦਾ ਸਿਰ ਨਹੀਂ ਝੁਕਦਾ। ਸਿਰ ਤੇ ਉੱਥੇ ਝੁਕਦਾ ਹੈ ਜਿਸ ਨੂੰ ਪਕੜੀਏ ਤੇ ਪਕੜ ਵਿੱਚ ਨਾ ਆਵੇ, ਜਿਹਨੂੰ ਸੋਚੀਏ ਤੇ ਸੋਚ ਵਿੱਚ ਨਾ ਆਵੇ, ਜਿਹਨੂੰ ਕਥਨ ਕਰੀਏ ਤੇ ਕਥਨ ਕਰਨ ਵਿੱਚ ਨਾ ਆਵੇ, ਜਿਹਦਾ ਅਨੁਭਵ ਕਰੀਏ ਤੇ ਪੂਰਨ ਤੌਰ ਤੇ ਉਹ ਅਨੁਭਵ ਵਿੱਚ ਵੀ ਨਾ ਆਵੇ। ਮਸਤਕ ਉੱਥੇ ਝੁਕਦਾ ਹੈ। ਹੈਰਾਨਗੀ ਦਾ ਜਨਮ ਉੱਥੇ ਹੈ, ਵਿਸਮਾਦ ਦਾ ਜਨਮ ਉੱਥੇ ਹੈ। ਸਾਹਿਬ ਕਹਿੰਦੇ ਨੇ ਇਸ ਪਸਾਰੇ ਵਿੱਚ ਅਸੰਖ ਕਹਿ ਦੇਣ ਨਾਲ ਸਿਰ ਦੇ ਉੱਤੇ ਗਲਤ ਬਿਆਨੀ ਕਰਨ ਦਾ ਭਾਰ ਪਵੇਗਾ। ਫਿਰ ਅੱਗੇ ਕਹਿੰਦੇ ਨੇ ਪਾਤਸ਼ਾਹ, ਅੱਖਰੀ ਨਾਮ ਅੱਖਰੀ ਸਾਲਾ। ਸਤਿਗੁਰ ਫਰਮਾਨ ਕਰਦੇ ਨੇ ਇਹ ਤਾਂ ਠੀਕ ਹੈ ਕਿ ਉਸਨੂੰ ਅਸੰਖ ਗਿਣਤੀ ਵਿੱਚ ਹਿੰਸੇ ਵਿੱਚ ਨਹੀਂ ਲਿਆਇਆ ਜਾ ਸਕਦਾ, ਫਿਰ ਵੀ ਮਨੁੱਖ ਜਗਤ ਵਿੱਚ ਪਸਾਰੇ ਦਾ ਗਿਆਨ ਦਿੰਦਾ ਹੈ, ਲੈਂਦਾ ਹੈ। ਵਿਚਾਰ ਵਟਾਂਦਰਾ ਦੇ ਆਪਾਂ ਕਰਦੇ ਹਾਂ। ਕਥਨੀ ਕਰਦਾ ਹੈ ਪਰਮਾਤਮਾ ਦੀ, ਤੇ ਕਥਨੀ ਕਰਨ ਲੱਗਿਆ ਮੂਲ ਗੱਲ ਜਿਹੜੀ ਉਹ ਹੈ ਅਕਸ਼ਰ ਚਾਹੀਦੇ ਨੇ। ਆਵਾਜ਼ ਨੂੰ ਅਕਸ਼ਰ ਚਾਹੀਦੇ ਨੇ। ਪਸ਼ੂਆਂ ਕੋਲ ਆਵਾਜ਼ ਹੈ, ਅਕਸ਼ਰ ਨਹੀਂ ਨੇ। ਇਸ ਵਾਸਤੇ ਪਸ਼ੂ ਬੋਲ ਕੇ ਸਿਰਫ ਆਪਣੀ ਹੋਂਦ ਦਾ ਗਿਆਨ ਦੇ ਸਕਦਾ ਹੈ ਕਿ ਹਾਂ ਬਈ ਇਹ ਗਿੱਦੜ ਬੋਲ ਰਿਹਾ ਹੈ, ਇਹ ਸ਼ੇਰ ਗਰਜ ਰਿਹਾ ਹੈ, ਇਹ ਕੋਇਲ ਬੋਲ ਰਹੀ ਹੈ, ਇਹ ਬੁਲਬੁਲ ਚਹਿਚਹਾ ਰਹੀ ਹੈ, ਇਹ ਚਿੜੀਆਂ ਬੋਲ ਰਹੀਆਂ ਨੇ। ਤੇ ਜੋ ਜਿਸ ਵਕਤ ਕੋਈ ਪਸ਼ੂ ਜਾਂ ਪੰਛੀ ਬੋਲਦਾ ਹੈ ਉਹ ਬੋਲ ਕੇ ਆਪਣੀ ਹੋਂਦ ਦਾ ਗਿਆਨ ਤੇ ਦਿੰਦਾ ਹੈ, ਲੇਕਿਨ ਕੋਈ ਵੀ ਪੰਛੀ ਆਪਣੇ ਬੋਲਾਂ ਰਾਹੀਂ, ਆਪਣੀ ਆਵਾਜ਼ ਰਾਹੀਂ ਦੂਜੇ ਤੀਜੇ ਦਾ ਗਿਆਨ ਨਹੀਂ ਦੇ ਸਕਦਾ, ਚੌਥੇ ਪੰਜਵੇਂ ਦਾ ਗਿਆਨ ਨਹੀਂ ਦੇ ਸਕਦਾ। ਸਿਰਫ ਮਨੁੱਖ ਹੈ ਕਿ ਉਹਨੂੰ ਪੁੱਛੀਏ ਤੂੰ ਕੌਣ ਹੈ, ਦੱਸ ਦਿੰਦਾ ਹੈ ਮੈਂ ਕੌਣ ਹਾਂ, ਮੇਰੀ ਜਾਤ ਕੀ ਹੈ, ਮੇਰਾ ਮਜ਼ਹਬ ਕੀ ਹੈ, ਮੈਂ ਆਇਆ ਕਿੱਥੋਂ ਹਾਂ, ਮੈਂ ਜਾਣਾ ਕਿੱਥੇ ਹੈ। ਜਿੱਥੇ ਮਨੁੱਖ ਆਪਣੇ ਸੰਬੰਧ ਵਿੱਚ ਦੱਸ ਸਕਦਾ ਹੈ, ਪਰਿਵਾਰ ਦੇ ਸੰਬੰਧ ਵਿੱਚ ਵੀ ਦੱਸ ਸਕਦਾ ਹੈ, ਸੰਸਾਰ ਦੇ ਸੰਬੰਧ ਵਿੱਚ ਵੀ ਦੱਸ ਸਕਦਾ ਹੈ, ਔਰ ਨਿਰੰਕਾਰ ਦੇ ਸੰਬੰਧ ਵਿੱਚ ਵੀ ਦੱਸ ਸਕਦਾ ਹੈ। ਇੱਕ ਮਹਾਨ ਪਰਿਪੂਰਨ ਪਰਮਾਤਮਾ ਨੇ ਸਿਰਫ ਮਨੁੱਖ ਦੀ ਝੋਲੀ ਵਿੱਚ ਇਹ ਦਾਤ ਪਾਈ ਹੈ। ਉਹ ਹੈਗੇ ਨੇ ਅਕਸ਼ਰ। ਜਿਹੜੀ ਦਾਤ ਹੈ ਉਹ ਅਕਸ਼ਰਾਂ ਦੀ ਪਾਤੀ ਹੈ। ਆਵਾਜ਼ ਨੂੰ ਜੋ ਅਕਸ਼ਰ ਮਿਲ ਗਏ ਨੇ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਅੱਖਰਾਂ ਅੰਦਰ ਤ੍ਰਿਭੁਵਨ ਤਾਰੇ। ਤਿੰਨ ਲੋਕਾਂ ਦਾ ਗਿਆਨ ਅੱਖਰਾਂ ਦੇ ਵਿੱਚ ਮਨੁੱਖ ਦੀ ਦੁਨੀਆ ਵਿੱਚ ਆ ਗਿਆ ਹੈ। ਦੁਨੀਆ ਵਿੱਚ ਅੱਖਰ ਕੱਢ ਦਈਏ ਤੇ ਮਨੁੱਖ ਨੇ ਤੇ ਪਸ਼ੂ ਵਿੱਚ ਕੋਈ ਫਰਕ ਨਹੀਂ ਰਹਿ ਜਾਏਗਾ। ਜਿਸ ਦਿਨ ਮਨੁੱਖ ਦੇ ਕੋਲ ਅੱਖਰ ਨਹੀਂ ਸਨ, ਸਿਰਫ ਆਵਾਜ਼ ਸੀ, ਇਸ਼ਾਰੇ ਸਨ, ਮਨੁੱਖ ਇਤਨਾ ਵਿਕਾਸਸ਼ੀਲ ਨਹੀਂ ਹੋ ਸਕਿਆ ਸੀ, ਪਛੜਿਆ ਹੋਇਆ ਸੀ, ਜੰਗਲਾਂ ਵਿੱਚ ਰਹਿੰਦਾ ਸੀ, ਤੇ ਇਹਦੇ ਕੋਲ ਸਿਰਫ ਇਸ਼ਾਰੇ ਸਨ। ਪਾਣੀ ਪੀਂਦਾ ਹੈ ਤੇ ਪਾਣੀ ਪੀਣ ਦਾ ਇੱਕ ਇਸ਼ਾਰਾ ਸੀ, ਉਹ ਕਰਤਾ। ਭੁੱਖ ਲੱਗੀ ਹੈ ਤੇ ਭੁੱਖ ਲੱਗਣ ਦਾ ਇੱਕ ਇਸ਼ਾਰਾ ਕਰਤਾ। ਜੇ ਨਾ ਕਰਨੀ ਹੈ ਤੇ ਨਾ ਦਾ ਕਰਤਾ, ਸਿਰ ਹਿਲਾ ਦਿੰਦਾ ਸੀ। ਜੇ ਹਾਂ ਕਰਨੀ ਹੈ ਤਾਂ ਹਾਂ ਦੀ ਤਰ੍ਹਾਂ ਸਿਰ ਹਿਲਾ ਦਿੰਦਾ ਸੀ। ਇਸ ਤਰ੍ਹਾਂ ਦੇ 8-10 ਇਸ਼ਾਰਿਆਂ ਨਾਲ ਮਨੁੱਖ ਨਾਲ ਸੰਬੰਧ ਸਨ। ਸਹਿਜੇ ਸਹਿਜੇ ਆਪਣੇ ਜਜ਼ਬਾਤਾਂ ਨੂੰ, ਆਪਣੇ ਭਾਵਾਂ ਨੂੰ ਬੋਲਾਂ ਦੇ ਰਾਹੀਂ, ਅੱਖਰਾਂ ਦੇ ਰਾਹੀਂ ਪ੍ਰਗਟ ਕਰਨ ਦੀ ਜਾਚ ਆ ਗਈ। ਤੋ ਹਰ ਦੇਸ਼ ਆਬੋ ਹਵਾ ਦੇ ਮੁਤਾਬਿਕ ਮਨੁੱਖ ਦੀ ਰਸਨਾ ਵਿੱਚੋਂ ਬੋਲ ਨਿਕਲੇ, ਕੋਈ ਅੱਖਰ ਨਿਕਲੇ। ਇਸ ਵਾਸਤੇ ਅਨੰਤ ਭਾਸ਼ਾਵਾਂ ਬਣ ਗਈਆਂ, ਅਨੇਕਾਂ ਤਰ੍ਹਾਂ ਦੀਆਂ ਬੋਲੀਆਂ ਦਾ ਜਨਮ ਹੋਇਆ। ਤੋ ਸਾਹਿਬ ਕਹਿੰਦੇ ਨੇ ਮਨੁੱਖ ਦੀ ਦੁਨੀਆ ਵਿੱਚ ਜਿਤਨਾ ਗਿਆਨ ਧਿਆਨ ਹੈ, ਦੇਣ ਲੈਣ ਹੈ, ਗਿਆਨ ਦਾ, ਵਿਚਾਰ ਦਾ, ਸਭ ਅੱਖਰਾਂ ਵਿੱਚ ਬੰਦ ਹੈ। ਅੱਖਰੀ ਨਾਮ, ਜਿੰਨੇ ਨਾਮ ਨੇ ਅੱਖਰਾਂ ਦੇ ਵਿੱਚ ਨੇ। ਅਗਰ ਕੋਈ ਇਹ ਆਖੇ ਕਿ ਮੈਂ ਅੱਖਰ ਕੋਈ ਜ਼ਬਾਨ ਚੋਂ ਕੱਢਣਾ ਨਹੀਂ, ਕਿਸੇ ਦਾ ਨਾਮ ਵੀ ਨਹੀਂ ਲੈ ਸਕੇਗਾ, ਫਿਰ ਉਹ ਨਾਮ ਤੇ ਅੱਖਰਾਂ ਦੇ ਵਿੱਚ ਬੰਦ ਹੈ। ਔਰ ਅੱਖਰਾਂ ਦੀ ਇਤਨੀ ਵੱਡੀ ਮਾਨਤਾ, ਜਿਸ ਅੱਖਰਾਂ ਵਿੱਚ ਪਰਮਾਤਮਾ ਦਾ ਗਿਆਨ ਵੀ ਹੈ, ਉਹਨਾਂ ਅੱਖਰਾਂ ਨੂੰ ਆਖਿਆ ਹੈ ਪਰਮਾਤਮਾ ਦਾ ਰੂਪ। ਅੱਖਰਾਂ ਅੰਦਰ ਤ੍ਰਿਭੁਵਨ ਧਾਰੇ। ਤੋ ਅੱਖਰੀ ਨਾਮ ਅੱਖਰੀ ਸਾਲਾ। ਫਿਰ ਅੱਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਸਿਫਤ ਤੋਂ ਸਲਾਹ ਕਰਨੀ ਹੈ ਪਰਮਾਤਮਾ ਦੀ, ਕਿਸੇ ਦੇਸ਼ ਦੀ, ਕਿਸੇ ਵਿਅਕਤੀ ਦੀ, ਕਿਸੇ ਸੰਤ ਦੀ, ਕਿਸੇ ਮਹਾਤਮਾ ਦੀ। ਜਦ ਵੀ ਸਿਫਤ ਤੋਂ ਸਲਾਹ ਕਰਨੀ ਹੈ, ਅੱਖਰਾਂ ਤੋਂ ਬਿਨਾਂ ਨਹੀਂ ਹੋ ਸਕੇਗੀ। ਬੋਲ ਆਵਾਜ਼, ਇਹਨੂੰ ਅੱਖਰ ਚਾਹੀਦੇ ਨੇ। ਮਨੁੱਖ ਦੀ ਦੁਨੀਆ ਵਿੱਚ ਅੱਖਰਾਂ ਦੀ ਬਹੁਤ ਵੱਡੀ ਮਹਾਨਤਾ ਹੈ। ਸਾਹਿਬ ਕਹਿੰਦੇ ਨੇ ਸਿਫਤ ਤੋਂ ਸਲਾਹ ਵੀ ਅੱਖਰਾਂ ਵਿੱਚ ਬੰਦ ਹੈ। ਫਿਰ ਅੱਗੇ ਕਹਿੰਦੇ ਨੇ ਅੱਖਰੀ ਗਿਆਨ ਗੀਤ ਗੁਣ ਗਾ। ਅੱਖਰਾਂ ਦੇ ਵਿੱਚ ਹੀ ਸਾਰੇ ਦਾ ਸਾਰਾ ਗਿਆਨ ਹੈ। ਚਾਹੇ ਗਿਆਨ ਕਿਸੇ ਵੀ ਪੱਖ ਦਾ ਹੋਵੇ, ਉਹ ਪ੍ਰਕਿਰਤਿਕ ਗਿਆਨ ਹੋਵੇ, ਚਾਹੇ ਕਲਾ ਦਾ ਗਿਆਨ ਹੋਵੇ, ਚਾਹੇ ਧਰਮ ਦਾ ਗਿਆਨ ਹੋਵੇ, ਸਾਰੇ ਦਾ ਸਾਰਾ ਅੱਖਰਾਂ ਵਿੱਚ ਬੰਦ ਹੈ। ਤੇ ਗਿਆਨ ਦੀਆਂ 3 ਧਾਰਾਵਾਂ ਮੇਨ ਮੰਨੀਆਂ ਗਈਆਂ ਨੇ। ਜਿਹਦੇ ਕੋਲ ਪ੍ਰਕਿਰਤੀ ਦਾ ਗਿਆਨ ਹੈ, ਉਹਦੇ ਵਿੱਚ ਪ੍ਰਕਿਰਤੀ ਦਾ ਗਿਆਨ ਹੈ, ਉਹ ਵਿਗਿਆਨਿਕ ਹੈ। ਕਲਾ ਦਾ ਗਿਆਨ ਹੈ ਜਿਹਦੇ ਕੋਲ, ਉਹ ਕਲਾਕਾਰ ਹੈ। ਧਰਮ ਦਾ ਗਿਆਨ ਹੈ ਜਿਹਦੇ
ਇੱਕ ਧਰਮ ਦਾ ਜਾਂ ਗਿਆਨ ਹੈ, ਈਸ਼ਵਰ ਦਾ ਗਿਆਨ ਹੈ, ਉਹਨੂੰ ਸੰਤ ਕਹਿ ਦਿੰਦੇ ਆ, ਬ੍ਰਹਮ ਗਿਆਨੀ ਕਹਿ ਦਿੰਦੇ ਆ। ਪਰ ਇੱਕ ਖਾਸ ਕਮੀ ਜੋ ਵੇਖਣ 'ਚ ਆਈ ਹੈ ਕਲਾਕਾਰ ਔਰ ਵਿਗਿਆਨਕਾਂ ਵਿੱਚ, ਸਾਇੰਟਿਸਟਾਂ ਵਿੱਚ, ਇਹ ਹੈ ਕਿ ਜਿਹਦੇ ਕੋਲ ਪ੍ਰਕਿਰਤੀ ਸਾਇੰਸ ਦਾ ਗਿਆਨ ਹੈ, ਉਹਦੇ ਕੋਲ ਕਲਾ ਦਾ ਗਿਆਨ ਨਹੀਂ ਹੈ। ਪ੍ਰਕਿਰਤਿਕ ਨੇਚਰ ਮਾਦਾ ਠੋਸ ਹੈ, ਇਹਦੀ ਚੀਰ ਫਾੜ ਕਰਕੇ, ਇਹਦੀ ਗਹਿਰਾਈ ਵਿੱਚ ਝਾਤ ਮਾਰ ਕੇ ਪ੍ਰਕਿਰਤੀ ਦੀਆਂ ਮੂਲ ਰਾਜ ਬਰੀਕੀਆਂ ਗੱਲਾਂ ਨੂੰ ਜਾਣਨ ਵਾਲਾ ਅਕਸਰ ਹਿਰਦਿਆਂ ਦੇ ਗਹਿਰੇ ਤਲ ਵਿੱਚ ਉਤਰਨਾ ਭੁੱਲ ਜਾਂਦਾ ਹੈ। ਇਸ ਵਾਸਤੇ ਕੋਈ ਵਿਗਿਆਨਿਕ, ਸਾਇੰਟਿਸਟ, ਸੰਗੀਤਕਾਰ ਨਹੀਂ ਹੋਵੇਗਾ, ਕਵੀ ਨਹੀਂ ਹੋਏਗਾ। ਜਿਹੜਾ ਸਾਇੰਟਿਸਟ ਹੈ ਉਹ ਕਦੀ ਕਵੀ ਨਹੀਂ ਬਣ ਸਕਦਾ, ਸੰਗੀਤਕਾਰ ਨਹੀਂ ਬਣ ਸਕਦਾ, ਮੂਰਤੀਕਾਰ ਨਹੀਂ ਬਣ ਸਕਦਾ, ਚਿੱਤਰਕਾਰ ਨਹੀਂ ਬਣ ਸਕਦਾ, ਕਿਉਂਕਿ ਉਹ ਬਾਹਰ ਮਾਦੇ ਵਿੱਚ ਝਾਤ ਮਾਰਦਾ ਹੈ, ਹਿਰਦੇ ਵਿੱਚ ਝਾਤ ਨਹੀਂ ਮਾਰਦਾ। ਕਲਾ ਦਾ ਜਨਮ ਉਦੋਂ ਹੁੰਦਾ ਹੈ ਜਦ ਕੋਈ ਹਿਰਦਿਆਂ ਦੀ ਗਹਿਰਾਈ ਵਿੱਚ ਵੇਖਦਾ ਹੈ, ਦਿਲ ਵਿੱਚ ਵੇਖਦਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਚੰਦਰਮਾ ਨੂੰ ਜਿਸ ਦ੍ਰਿਸ਼ਟੀ ਨਾਲ ਸਾਇੰਟਿਸਟ ਵੇਖਦਾ ਹੈ, ਕਲਾਕਾਰ ਨਹੀਂ ਵੇਖ ਸਕਦਾ। ਰੇਤ ਦੇ ਜਰਰੇ ਨੂੰ ਸਾਇੰਟਿਸਟ ਖੋਜੀ ਜਿਸ ਢੰਗ ਨਾਲ ਦੇਖ ਸਕਦਾ ਹੈ, ਕਲਾਕਾਰ ਨਹੀਂ ਦੇਖ ਸਕੇਗਾ। ਇੱਕ ਸਧਾਰਨ ਮਨੁੱਖ ਵੀ ਨਹੀਂ ਦੇਖਦਾ। ਇੱਕ ਦਰਖਤ ਨੂੰ, ਮਨੁੱਖ ਦੇ ਸਰੀਰ ਨੂੰ ਸਾਇੰਟਿਸਟ, ਖੋਜੀ, ਵਿਗਿਆਨਿਕ ਜਿਸ ਢੰਗ ਨਾਲ ਦੇਖਦਾ ਹੈ, ਆਮ ਸਧਾਰਨ ਮਨੁੱਖ ਕਿਸੇ ਹੋਰ ਢੰਗ ਨਾਲ ਦੇਖੇਗਾ, ਕਿਉਂਕਿ ਸਾਇੰਟਿਸਟ ਕੋਲ ਬਹੁਤ ਗਹਿਰੀ ਦ੍ਰਿਸ਼ਟੀ ਹੈ, ਬਹੁਤ ਗਹਿਰਾ ਦੇਖਦਾ ਹੈ। ਮਨੁੱਖ ਦੇ ਅੰਦਰ ਕੀ ਹੈ, ਦਰਖਤ ਦੇ ਅੰਦਰ ਕੀ ਹੈ, ਰੇਤ ਦੇ ਜਰਿਆਂ ਵਿੱਚ ਕੀ ਹੈ ਛਿਪਿਆ ਪਿਆ ਹੈ, ਸੂਰਜ, ਚੰਦ, ਤਾਰਿਆਂ ਦੇ ਅੰਦਰ ਕੀ ਕੁਛ ਹੈ, ਇਸ ਤਰ੍ਹਾਂ ਦੀ ਖੋਜ ਜਿਸ ਦੇ ਅੰਦਰ ਹੈ ਔਰ ਜੋ ਕਰ ਰਿਹਾ ਹੈ, ਉਹਨੂੰ ਸਾਇੰਟਿਸਟ ਕਹਿੰਦੇ ਆ। ਪਰ ਐਸਾ ਪੁਰਸ਼ ਜਿਹੜਾ ਹੈ ਉਹ ਕਲਾਕਾਰ ਨਹੀਂ ਹੁੰਦਾ। ਕਲਾਕਾਰ ਥੋੜ੍ਹਾ ਜਿਹਾ ਗਹਿਰਾ ਜਾਂਦਾ ਹੈ। ਔਰ ਇਤਨੀ ਗੱਲ ਸਪਸ਼ਟ ਹੋ ਗਈ ਕਿ ਜੀਵਨ ਦੇ ਜਿਸ ਪਹਿਲੂ ਦਾ ਮਨੁੱਖ ਦੇ ਕੋਲ ਗਿਆਨ ਜਿਤਨਾ ਜ਼ਿਆਦਾ ਹੈ, ਦੂਜੇ ਪਹਿਲੂਆਂ ਵਿੱਚ ਉਤਨਾ ਹੀ ਅਗਿਆਨੀ ਹੋ ਜਾਂਦਾ ਹੈ, ਉਤਨਾ ਹੀ ਨਾ ਸਮਝ ਹੋ ਜਾਂਦਾ ਹੈ। ਜਿਹੜਾ ਮਨੁੱਖ ਜਿਤਨਾ ਵੱਡਾ ਸਾਇੰਟਿਸਟ ਹੈ, ਉਹ ਸੰਗੀਤ ਦੀ ਦੁਨੀਆ ਵਿੱਚ ਉਤਨਾ ਹੀ ਨਾ ਸਮਝ ਹੋਵੇਗਾ, ਉਹ ਕਵਿਤਾ ਦੀ ਦੁਨੀਆ ਵਿੱਚ ਉਤਨਾ ਹੀ ਨਾਦਾਨ ਹੋਏਗਾ, ਉਹ ਮੂਰਤੀ ਤੇ ਚਿੱਤਰਕਾਰ ਦੀ ਦੁਨੀਆ ਵਿੱਚ ਬਿਲਕੁਲ ਨਾ ਸਮਝ ਹੈ। ਤੇ ਜਿਹੜਾ ਮਹਾਨ ਚਿੱਤਰਕਾਰ ਹੈ, ਚਿੱਤਰ ਦੀ ਦੁਨੀਆ 'ਚ ਖੋ ਗਿਆ ਹੈ, ਰੰਗਾਂ ਦੀ ਦੁਨੀਆ 'ਚ ਖੋ ਗਿਆ ਹੈ, ਉਹ ਪ੍ਰਕਿਰਤਿਕ ਖੋਜਾਂ ਬਾਰੇ ਬਿਲਕੁਲ ਅਗਿਆਨੀ ਹੋਏਗਾ, ਨਾ ਸਮਝ ਹੋਏਗਾ। ਜੀਵਨ ਦੇ ਹਰ ਪਹਿਲੂ ਦਾ ਬੋਧ ਇੱਕ ਜ਼ਿੰਦਗੀ ਵਿੱਚ ਕਿਸੇ ਕੋਲ ਨਹੀਂ ਹੋ ਸਕਦਾ। ਤੇ ਕੁਦਰਤ ਦਾ ਨਿਯਮ ਜਿਹੜਾ ਜਿਸ ਪਹਿਲੂ ਵਿੱਚ ਜਿਤਨਾ ਅੱਗੇ ਵੱਧ ਜਾਂਦਾ ਹੈ, ਬਾਕੀ ਪਹਿਲੂਆਂ ਵਿੱਚ ਉਤਨਾ ਹੀ ਪਛੜ ਜਾਂਦਾ ਹੈ। ਅਸੀਂ ਦੇਖਦੇ ਹਾਂ ਆਮ ਰੋਜ਼ਮर्रा ਦੀ ਜ਼ਿੰਦਗੀ ਵਿੱਚ, ਜੋ ਧਨ ਦੀ ਦੁਨੀਆ ਵਿੱਚ ਬਹੁਤ ਅੱਗੇ ਨੇ, ਅਮੀਰ ਹੋ ਜਾਂਦੇ ਨੇ, ਧਰਮ ਦੀ ਦੁਨੀਆ ਵਿੱਚ ਅਕਸਰ ਪਿਛੜ ਜਾਂਦੇ ਨੇ। ਕਿਸੇ ਇੱਕ ਪਹਿਲੂ ਵਿੱਚ ਬਹੁਤ ਸਿਖਰ ਦਾ ਵਿਕਾਸ ਕੀਤਾ ਜਾ ਸਕਦਾ ਹੈ। ਤੋ ਪ੍ਰਕਿਰਤਿਕ ਸਾਇੰਟਿਸਟ, ਖੋਜੀ ਜਿਹੜਾ ਹੁੰਦਾ ਹੈ ਉਹ ਕਲਾਕਾਰ ਨਹੀਂ ਹੁੰਦਾ, ਅਤੇ ਜੋ ਕਲਾਕਾਰ ਹੁੰਦਾ ਉਹ ਸਾਇੰਟਿਸਟ ਨਹੀਂ ਹੈ। ਅਤੇ ਤੀਸਰਾ ਖੋਜੀ ਜੋ ਧਰਮ ਦਾ ਖੋਜੀ, ਪਰਮਾਤਮਾ ਦਾ ਖੋਜੀ, ਜਿਸ ਨੇ ਪਰਮਾਤਮਾ ਦੀ ਖੋਜ ਕਰ ਲਈ ਹੈ, ਸੰਤ ਹੈ, ਬ੍ਰਹਮ ਗਿਆਨੀ ਹੈ, ਉਹ ਕਲਾਕਾਰ ਵੀ ਹੋਵੇਗਾ, ਉਹ ਪ੍ਰਕਿਰਤਿਕ ਖੋਜੀ ਵੀ ਹੋਵੇਗਾ। ਇਸ ਵਾਸਤੇ ਸੰਤ ਜਨਾਂ ਨੇ ਪਰਮਾਤਮਾ ਦੀ ਗੱਲ ਗੀਤ ਵਿੱਚ ਆਖੀ ਹੈ, ਸੰਗੀਤ ਵਿੱਚ ਆਖੀ ਹੈ, ਜੋ ਇੱਕ ਕਲਾ ਹੈ। ਸਾਡੇ ਦੇਸ਼ ਦੇ ਤਮਾਮ ਸ੍ਰੇਸ਼ਟ ਭਗਤ ਗੀਤਾਂ ਦੇ ਵਿੱਚ ਬੋਲੇ ਨੇ, ਸੰਗੀਤ ਵਿੱਚ ਬੋਲੇ ਨੇ। ਕੁਰਾਨ ਵੀ ਗੀਤਾਂ ਦੇ ਰਾਹੀਂ ਨਾਜ਼ਲ ਹੋਈ ਹੈ, ਗੀਤਾ ਵੀ ਜਿਹੜੀ ਹੈ ਗੀਤ ਦੇ ਰਾਹੀਂ ਪ੍ਰਗਟ ਹੋਈ ਹੈ, ਵੇਦ ਵੀ ਗੀਤਾਂ ਦੇ ਰਾਹੀਂ ਪ੍ਰਗਟ ਹੋਏ ਨੇ। ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਗੀਤ ਹੈ, ਪ੍ਰਭੂ ਗੀਤ ਹੈ। ਜਿਵੇਂ ਮਹਾਰਾਜ ਵੀ ਕਹਿੰਦੇ ਨੇ, ਨਾਨਕ ਭਵਜਲ ਪਾਰ ਪਰੇ ਜੋ ਗਾਵੇ ਪ੍ਰਭ ਕੇ ਗੀਤ। ਸਤਿਗੁਰ ਦਾ ਤੇ ਐਸਾ ਕਹਿਣਾ ਹੈ, ਭਵਜਲ ਤੋਂ ਪਾਰ ਹੋਣ ਲਈ ਗੀਤ ਚਾਹੀਦੇ ਨੇ, ਸੰਗੀਤ ਚਾਹੀਦੇ ਨੇ। ਪਰਮਾਤਮਾ ਦੇ ਮਾਰਗ ਤੇ ਚੱਲਣਾ ਹੈ, ਰੋਂਦੇ ਪਿੱਟਦੇ ਹੋਏ ਨਹੀਂ, ਗੀਤ ਸੰਗੀਤ ਦੇ ਨਾਲ ਚੱਲਣਾ ਹੈ। ਕੁਦਰਤ ਨੇ ਇੱਕ ਨਿਯਮ ਬਣਾ ਦਿੱਤਾ ਹੈ, ਰੋਂਦੇ ਹੋਏ ਦਾ ਅਕਸਰ ਰੋਂਦੇ ਹੋਏ ਨਾਲ ਸੰਬੰਧ ਜੁੜਦਾ ਹੈ, ਮੁਰਦਿਆਂ ਦਾ ਮੁਰਦਿਆਂ ਨਾਲ, ਜੀਵਦਿਆਂ ਦਾ ਜੀਵਦਿਆਂ ਨਾਲ, ਕਲਾਕਾਰਾਂ ਦਾ ਕਲਾਕਾਰਾਂ ਨਾਲ, ਮੂਰਖਾਂ ਦਾ ਮੂਰਖਾਂ ਨਾਲ ਸੰਬੰਧ ਜੁੜਦਾ ਹੈ। ਪ੍ਰਭੂ ਦੇ ਤੇ ਆਨੰਦ ਦਾ ਸੋਮਾ ਹੈ, ਉੱਥੇ ਤੇ ਅਨਹਦ ਵਾਜੇ ਵੱਜਦੇ ਨੇ, ਤੇ ਉਹਦੇ ਦਰ ਤੇ ਉਹੀ ਪਹੁੰਚ ਸਕਦਾ ਹੈ ਜੋ ਗੀਤ ਸੰਗੀਤ ਦੇ ਨਾਲ ਜਾਵੇ। ਵਰਨਾ ਪ੍ਰਭੂ ਨਾਲ ਸੰਬੰਧ ਜੁੜਨਾ ਵੀ ਔਖਾ ਹੋ ਜਾਏਗਾ, ਬਹੁਤ ਕਠਿਨ ਹੋ ਜਾਏਗਾ। ਤੇ ਜੋ ਸੰਤ ਹੈ, ਕਲਾਕਾਰ ਵੀ ਹੈ, ਔਰ ਸਬੂਤ ਹੈ ਦੁਨੀਆ ਦੇ ਤਮਾਮ ਸ੍ਰੇਸ਼ਟ ਸੰਤ ਜਨਾਂ ਨੇ ਕਲਾ, ਗੀਤ ਸੰਗੀਤ ਦੇ ਰਾਹੀਂ ਪਰਮਾਤਮਾ ਦੀ ਗੱਲ ਆਖੀ ਹੈ। ਲੇਕਿਨ ਸੰਤ ਸਾਇੰਟਿਸਟ ਖੋਜੀ ਵੀ ਹੁੰਦਾ ਹੈ, ਉਹ ਪ੍ਰਕਿਰਤਿਕ ਮੰਡਲ ਦੇ ਸੰਬੰਧ ਵਿੱਚ, ਸੰਸਾਰ ਦੇ ਸੰਬੰਧ ਵਿੱਚ, ਮਾਦੇ ਦੇ ਸੰਬੰਧ ਵਿੱਚ ਜੈਸੀਆਂ ਗਹਿਰੀਆਂ ਗੱਲਾਂ ਸੰਤ ਜਨਾਂ ਨੇ ਆਖੀਆਂ ਨੇ, ਅਜੋਕਾ ਵਿਗਿਆਨਿਕ ਉਸ ਨੂੰ ਰੱਦ ਨਹੀਂ ਕਰ ਸਕਿਆ, ਮਿਟਾ ਨਹੀਂ ਸਕਿਆ। ਗੁਰੂ ਨਾਨਕ ਦੇਵ ਜੀ ਦਾ ਮੂਲ ਖਿਆਲ ਕਿ ਸਭ ਤੋਂ ਪਹਿਲਾਂ ਅਰਬਾਂ ਖਰਬਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਗੈਸ ਹੀ ਗੈਸ ਸੀ, ਕੁਛ ਨਹੀਂ ਸੀ। ਉਹ ਧੁੰਦ ਫਿਰ ਪਾਣੀ ਬਣੀ, ਫਿਰ ਪਾਣੀ ਵਿੱਚ ਜੀਵਨ ਬਣਿਆ, ਉਹ ਜੀਵਨ ਵਿਕਾਸ ਕਰਕੇ ਪਸ਼ੂ ਪੰਛੀ ਬਣਿਆ, ਔਰ ਵਿਕਾਸ ਚੱਲਦਾ ਰਿਹਾ, ਆਖਰ ਇਸ ਪੜਾਅ ਤੱਕ ਪਹੁੰਚਿਆ ਜਿਸ ਨੂੰ ਮਨੁੱਖ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਦੀ ਇਸ ਵਿਚਾਰਧਾਰਾ ਨੂੰ ਅਜੋਕੀ ਸਾਇੰਸ ਰੱਦ ਨਹੀਂ ਕਰ ਸਕੀ ਕਿ ਧੁੰਦ ਅਰਬਾਂ ਖਰਬਾਂ ਸਾਲ ਤੱਕ ਨਹੀਂ ਸੀ। ਧੁੰਦ ਹੈ ਸੀ,
ਅਰਬਦ ਨਰਬਦ ਧੁੰਦੂਕਾਰ। ਫਿਰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਘਟੰਤ ਦੀਪੰ ਘਟੰਤ ਰੂਪਮ ਘਟੰਤ ਰਵ ਸਸ ਨਿਖਤਰ ਗਗਨ। ਸਭ ਘਟ ਰਿਹਾ ਹੈ, ਪ੍ਰਿਥਵੀ, ਸੂਰਜ, ਨਛੱਤਰ, ਚੰਦਰਮਾ, ਸਭ ਦੀ ਸੱਤਿਆ ਘਟ ਰਹੀ ਹੈ, ਸ਼ਕਤੀ ਛੀਣ ਹੋ ਰਹੀ ਹੈ। ਜੋ ਵਸਤੂ ਆਲਮੇ ਵਜੂਦ ਵਿੱਚ ਆਈ ਹੈ ਉਹ ਜਿਤਨੀ ਮੁੱਦਤ ਬਤੀਤ ਕਰੇਗੀ ਆਖਿਰ ਪੁਰਾਣੀ ਹੋਏਗੀ, ਬੁੱਢੀ ਹੋਵੇਗੀ, ਸ਼ਕਤੀ ਉਸ ਦੀ ਛੀਣ ਹੋਵੇਗੀ। ਸਿਰਫ ਇਹ ਹੀ ਨਹੀਂ, ਮਨੁੱਖ ਬੁੱਢਾ ਹੁੰਦਾ ਹੈ, ਧਰਤੀ ਵੀ ਬੁੱਢੀ ਹੁੰਦੀ ਹੈ। ਇੱਕ ਦਿਨ ਸੂਰਜ ਨੇ ਵੀ ਠੰਡੇ ਹੋ ਜਾਣਾ ਹੈ, ਜਿਸ ਤਰ੍ਹਾਂ ਮਨੁੱਖ ਠੰਡਾ ਹੋ ਜਾਂਦਾ ਹੈ। ਮਨੁੱਖ ਠੰਡਾ ਹੋ ਗਿਆ ਹੈ, ਮਰ ਗਿਆ ਹੈ, ਸੂਰਜ ਵੀ ਠੰਡਾ ਹੋ ਗਿਆ ਹੈ, ਮਰ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਜੈਸੇ ਅਨੰਤ ਲੋਕ ਠੰਡੇ ਹੋ ਰਹੇ ਨੇ, ਰੋਜ਼ ਜੰਮ ਰਹੇ ਨੇ, ਰੋਜ਼ ਹੀ ਅਨੰਤ ਸੂਰਜ ਵੀ ਠੰਡੇ ਹੋ ਰਹੇ ਨੇ ਤੇ ਨਵੇਂ ਸੂਰਜ ਪੈਦਾ ਹੋ ਰਹੇ ਨੇ। ਇਹ ਪਸਾਰਾ ਖਿਣ ਖਿਣ ਦੇ ਵਿੱਚ ਬੜੇ ਵੱਡੇ ਪੱਧਰ ਤੇ ਪ੍ਰਗਟ ਹੋ ਰਿਹਾ ਹੈ। ਹਰਨ ਭਰਨ ਜਾਕਾ ਨੇਤਰ ਫੋਰ। ਇੱਕ ਅੱਖ ਦੇ ਪਲਕ ਝਪਕਣੇ ਵਿੱਚ ਅਨੰਤ ਪ੍ਰਿਥਵੀਆਂ ਜਨਮ ਲੈ ਰਹੀਆਂ ਨੇ, ਅਨੰਤ ਪ੍ਰਿਥਵੀਆਂ ਮਿਟ ਰਹੀਆਂ ਨੇ। ਸਾਹਿਬ ਕਹਿੰਦੇ ਨੇ, ਜੋ ਚੀਜ਼ ਬਣ ਜਾਂਦੀ ਹੈ ਸਹਿਜੇ ਸਹਿਜੇ ਉਸ ਦੇ ਪੂਰਨ ਹੋਣ ਦਾ ਇੱਕ ਸ਼ਿਖਰ ਹੈ, ਫਿਰ ਘਟਨਾ ਸ਼ੁਰੂ ਹੋ ਜਾਂਦੀ ਹੈ। ਜੈਸੇ ਮਨੁੱਖੀ ਬੱਚੇ ਦਾ ਜਨਮ ਹੋਇਆ, ਇਹ ਵੱਧ ਰਿਹਾ ਹੈ, 40 ਸਾਲ ਤੱਕ ਵੱਧਦਾ ਹੈ। ਜਿਵੇਂ ਗੁਰਬਾਣੀ 'ਚ ਵੀ ਫਰਮਾਨ ਹੈ, 40 ਪੂਰ ਹੋਏ 85 ਪੱਗ ਖਿੱਸੇ 60 ਕੇ ਬੁੜੇ ਪਾਵੇ। ਸਰੀਰ ਦੀ ਪੂਰਨਤਾ 40 ਸਾਲ ਤੱਕ ਹੋ ਜਾਂਦੀ ਹੈ, ਅੱਗੋਂ ਨਹੀਂ ਹੁੰਦੀ। ਹੁਣ ਘਟਨਾ ਸ਼ੁਰੂ ਹੋਵੇਗਾ, ਦੰਦ ਕਮਜ਼ੋਰ ਹੋਣਗੇ, ਅੱਖਾਂ ਕਮਜ਼ੋਰ ਹੋਣਗੀਆਂ, ਕਥਨ ਸ਼ਕਤੀ ਕਮਜ਼ੋਰ ਹੋਏਗੀ, ਸਰੋਤ ਸ਼ਕਤੀ ਕਮਜ਼ੋਰ ਹੋਏਗੀ, ਸੋਚਣ ਸ਼ਕਤੀ ਕਮਜ਼ੋਰ ਹੋਏਗੀ। ਸਤਿਗੁਰ ਕਹਿੰਦੇ ਨੇ, ਪੱਗ ਖਿਸਕ ਗਿਆ ਹੈ, ਜਵਾਨੀ ਦਾ ਪੱਗ ਖਿਸਕ ਗਿਆ ਹੈ। 40 ਸਾਲ ਤੇ ਜਾ ਕੇ ਮਨੁੱਖ ਪੂਰਾ ਹੋ ਗਿਆ ਹੈ, ਹੁਣ ਘਟਨਾ ਸ਼ੁਰੂ ਹੋ ਗਿਆ ਹੈ। 40 ਸਾਲ ਤੱਕ ਵੱਧਦਾ ਰਿਹਾ ਹੈ, ਹੁਣ ਘਟਨਾ ਸ਼ੁਰੂ ਹੋ ਗਿਆ, ਔਰ 60 ਸਾਲ ਦਾ ਆ ਕੇ ਬੁੱਢਾ ਹੋ ਗਿਆ ਹੈ। ਤੇ ਜੋ ਚੀਜ਼ ਜਨਮ ਲੈਂਦੀ ਹੈ, ਪਹਿਲੇ ਉਸ ਦਾ ਬਚਪਨਾ ਹੈ, ਫਿਰ ਉਸ ਦੀ ਜਵਾਨੀ ਹੈ, ਫਿਰ ਉਸ ਦਾ ਬੁਢੇਪਾ ਹੈ, ਫਿਰ ਉਸ ਦੀ ਮੌਤ ਹੈ। ਇਹ ਨਿਯਮ ਰੇਤ ਦੇ ਜਰਰੇ ਤੋਂ ਲੈ ਕੇ ਸੂਰਜ, ਚੰਦ, ਤਾਰਿਆਂ ਤੱਕ ਇੱਕ ਸਮਾਨ ਲਾਗੂ ਹੈ। ਤੇ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਸੰਤ ਹੈ ਉਹ ਵਿਗਿਆਨਿਕ ਵੀ ਹੈ, ਜੋ ਸੰਤ ਹੈ ਕਲਾਕਾਰ ਵੀ ਹੈ। ਇਸ ਵਾਸਤੇ ਸੰਤ ਨੂੰ ਪੂਰਨ ਕਹਿੰਦੇ ਨੇ, ਵਿਗਿਆਨਿਕ ਨੂੰ ਪੂਰਨ ਨਹੀਂ ਕਹਿੰਦੇ, ਕਲਾਕਾਰ ਨੂੰ ਪੂਰਨ ਨਹੀਂ ਕਹਿੰਦੇ। ਕਲਾ ਦਾ ਬੋਧ ਹੈ ਉਹਨਾਂ ਨੂੰ, ਬਾਕੀ ਕੁਝ ਵੀ ਨਹੀਂ। ਸਿਰਫ ਪ੍ਰਕਿਰਤੀ ਦੀ ਖੋਜ ਹੈ ਸਾਇੰਟਿਸਟ ਕੋਲ, ਬਾਕੀ ਕੁਝ ਵੀ ਨਹੀਂ ਜਾਣਦੇ। ਪ੍ਰਕਿਰਤਿਕ ਖੋਜ ਸਰੀਰ ਦੀ ਖੋਜ ਹੈ, ਕਲਾ ਦੀ ਖੋਜ ਹਿਰਦੇ ਦੀ ਖੋਜ ਹੈ, ਪਰਮਾਤਮਾ ਦੀ ਖੋਜ ਆਤਮਾ ਦੀ ਖੋਜ ਹੈ, ਸਮੱਗਰ ਦੀ ਖੋਜ ਹੈ, ਪੂਰਨਤਾ ਦੀ ਖੋਜ ਹੈ। ਇਸ ਵਾਸਤੇ ਸੰਤ ਨੂੰ ਪਰਿਪੂਰਨ ਕਹਿੰਦੇ ਨੇ, ਬ੍ਰਹਮ ਗਿਆਨੀ ਨੂੰ ਪੂਰਨ ਪੁਰਖ ਕਹਿੰਦੇ ਨੇ, ਕਿਉਂਕਿ ਜੀਵਨ ਦੇ ਹਰ ਪਹਿਲੂ ਦੀ ਜਾਣਕਾਰੀ ਉਹਦੇ ਕੋਲ ਹੈ, ਜੀਵਨ ਦੇ ਹਰ ਪਹਿਲੂ ਦਾ ਗਿਆਨ ਉਹਦੇ ਕੋਲ ਹੈ। ਤੇ ਸਾਹਿਬ ਕਹਿੰਦੇ ਨੇ, ਇਹ ਜਿਹੜਾ ਗਿਆਨ ਦੂਸਰੇ ਨੂੰ ਵੀ ਦੇਣਾ ਹੈ ਤੇ ਉਹ ਅੱਖਰਾਂ ਦੇ ਭਾਂਡੇ ਦੇ ਵਿੱਚ ਪਰੋਸ ਕੇ ਦੇਣਾ ਪਏਗਾ। ਭੋਜਨ ਬਣਾਉਣਾ ਹੈ, ਭਾਂਡੇ ਚਾਹੀਦੇ ਨੇ, ਭੋਜਨ ਵੰਡਣਾ ਹੈ, ਭਾਂਡੇ ਚਾਹੀਦੇ ਨੇ। ਆਖਰ ਹੱਥਾਂ ਉੱਤੇ ਭੋਜਨ ਬਣਾਇਆ ਵੀ ਨਹੀਂ ਜਾ ਸਕਦਾ ਤੇ ਹੱਥਾਂ ਉੱਤੇ ਸਾਰਾ ਭੋਜਨ ਵੰਡਣਾ ਵੀ ਬੜਾ ਔਖਾ ਹੈ। ਤੋ ਜਾਣਿਆ ਹੈ ਗਿਆਨ, ਇਹਨੂੰ ਜਾਣਨ ਲਈ ਵੀ ਅੱਖਰ ਚਾਹੀਦੇ ਨੇ, ਔਰ ਜਾਣਨ ਲਈ ਵੀ ਅੱਖਰ, ਜਨਾਨ ਲਈ ਵੀ ਅੱਖਰ ਚਾਹੀਦੇ ਨੇ। ਕਿਸੇ ਕੋਲ ਗਿਆਨ ਲੈਣਾ ਹੈ, ਬਕਾਇਦਾ ਅੱਖਰ ਚਾਹੀਦੇ ਨੇ, ਕਿਸੇ ਨੂੰ ਗਿਆਨ ਦੇਣਾ ਹੈ, ਬਕਾਇਦਾ ਅੱਖਰ ਚਾਹੀਦੇ ਨੇ। ਤੋ ਸਾਹਿਬ ਕਹਿੰਦੇ ਨੇ, ਜਿਤਨਾ ਗਿਆਨ ਹੈ, ਜਿਤਨੇ ਗੀਤ ਨੇ, ਜਿਤਨੇ ਗੁਣ ਨੇ, ਉਹਨਾਂ ਦੀ ਸਿਫਤ ਤੋਂ ਸਲਾਹ ਜਿਤਨੀ ਹੈ, ਸਾਰੀ ਦੀ ਸਾਰੀ ਅੱਖਰਾਂ ਵਿੱਚ ਬੰਦ ਹੈ। ਅੱਖਰੀ ਲਿਖਣ ਬੋਲਣ ਬਾਣੀ, ਬੋਲੀਆਂ ਦੇ ਬਾਣ ਵੱਖ ਵੱਖ ਬੋਲਣਾ। ਅਨੰਤ ਤਰ੍ਹਾਂ ਦੀ ਬੋਲੀਆਂ, ਜਿਹੜੀਆਂ ਵੱਖ-ਵੱਖ ਬੋਲੀਆਂ ਨੇ, ਸਭ ਕੁਝ ਅੱਖਰਾਂ ਦੇ ਵਿੱਚ ਹੈ। ਤੇ ਜੋ ਕੁਝ ਅਸੀਂ ਲਿਖਦੇ ਹਾਂ, ਸਾਰੇ ਦਾ ਸਾਰਾ ਲੇਖਾ ਜੋਖਾ ਵੀ ਅੱਖਰਾਂ ਦੇ ਵਿੱਚ ਹੈ। ਫਿਰ ਅੱਗੇ ਕਹਿੰਦੇ ਨੇ, ਅੱਖਰਾਂ ਸਿਰ ਸੰਜੋਗ ਵਖਾਣ। ਦੋ ਇਸ ਤਰ੍ਹਾਂ ਦੇ ਬੋਲ ਮਿੱਠੇ ਬੋਲੇ ਗਏ, ਸੰਜੋਗ ਜੁੜ ਗਏ, ਦੋ ਮਿੱਤਰ ਬਣ ਗਏ, ਪਤੀ ਪਤਨੀ ਦਾ ਰਿਸ਼ਤਾ ਜੁੜ ਗਿਆ, ਦੋ ਬੋਲਾਂ ਨਾਲ, ਦੋ ਅੱਖਰਾਂ ਨਾਲ। ਆਖਿਰ ਜੋ ਅੱਖਰ ਦੋ ਓਪਰੇ ਮਨੁੱਖਾਂ ਦਾ ਸੰਯੋਗ ਬਣਾ ਦਿੰਦੇ ਨੇ, ਦੋ ਅੱਖਰ ਓਪਰੇ ਮਨੁੱਖਾਂ ਦੇ ਵਿੱਚ ਗੂੜੀ ਮਿੱਤਰਤਾ ਪੈਦਾ ਕਰ ਦਿੰਦੇ ਨੇ। ਇਹਨਾਂ ਅੱਖਰਾਂ ਦੀ ਕਿਤਨੀ ਮਹਾਨਤਾ ਹੈ, ਇਹਨਾਂ ਅੱਖਰਾਂ ਦੀ ਕਿਤਨੀ ਗੱਲ ਹੈ। ਸਾਹਿਬ ਕਹਿੰਦੇ ਨੇ, ਜਗਤ ਦਾ, ਪਰਮਾਤਮਾ ਦਾ, ਗੁਰੂ ਦਾ ਜਿਤਨਾ ਸੰਯੋਗ ਹੈ, ਜੋ ਜੁੜਨਾ ਹੈ, ਅੱਖਰਾਂ ਦੇ ਅਧੀਨ ਹੈ। ਔਰ ਅੱਖਰ ਕੱਢ ਦਈਏ ਤੇ ਮਨੁੱਖ ਨਾਲ ਜੁੜਨਾ ਵੀ ਔਖਾ ਹੈ ਤੇ ਪਰਮਾਤਮਾ ਨਾਲ ਜੁੜਨਾ ਵੀ ਔਖਾ ਹੈ। ਫਿਰ ਕਹਿੰਦੇ ਨੇ, ਇਸ ਕਰਕੇ ਕਿਹਾ ਅੱਖਰਾਂ ਸਿਰ ਸੰਜੋਗ ਹਨ। ਪਰ ਇੱਕ ਗੱਲ ਗੁਰੂ ਬਾਬਾ ਇਸ ਦੇ ਵਿੱਚ ਜੋ ਖਾਸ ਬਿਆਨ ਕਰਦੇ ਨੇ, ਜਿਨ ਇਹ ਲਿਖੇ ਤਿਸ ਸਰਨਾਏ। ਜਿਸ ਨੇ ਜਗਤ ਦਾ ਸਾਰੇ ਦਾ ਸਾਰਾ ਗਿਆਨ ਅੱਖਰਾਂ ਵਿੱਚ ਬੰਦ ਕਰ ਦਿੱਤਾ ਹੈ, ਉਹ ਆਪ ਪਰਿਪੂਰਨ ਅੱਖਰਾਂ ਵਿੱਚ ਨਹੀਂ ਹੈ, ਅੱਖਰਾਂ ਤੋਂ ਨਿਆਰਾ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਓਅੰਕਾਰ ਆਦਿ ਮੈਂ ਜਾਨਾ, ਲਿਖ ਔਰ ਮੇਟ ਤਾਏ ਨਾ ਮਾਨਾ। ਮੈਂ ਉਸ ਨੂੰ ਓਂਕਾਰ ਜਾਣ ਲਿਆ ਹੈ, ਜੋ ਮੇਰੇ ਹਿਰਦਿਆਂ ਵਿੱਚ ਅੰਕੁਰਿਤ ਹੋ ਗਿਆ ਹੈ। ਬੋਲ ਬੋਲ, ਪਰ ਹੁਣ ਜ਼ਮੀਨ ਦੇ ਉੱਤੇ ਓਂਕਾਰ ਲਿਖ ਦਿਆਂ, ਮਿਟਾ ਦਿਆਂ,
ਉਹ ਓਂਕਾਰ ਪ੍ਰਗਟ ਵੀ ਨਹੀਂ, ਉਹ ਓਂਕਾਰ ਨਾਸ਼ ਵੀ ਨਹੀਂ। ਇਹ ਠੀਕ ਹੈ, ਉਹਦੀ ਹੋਂਦ ਅੱਖਰ ਦੇ ਰਾਹੀਂ ਪ੍ਰਗਟ ਹੋਈ ਹੈ। ਰਸਨਾ ਦੇ ਉਚਾਰਨ ਕੀਤੇ ਹੋਏ ਅੱਖਰ ਹਿਰਦਿਆ ਦੀ ਤਖਤੀ ਤੇ ਬਕਾਇਦਾ ਲਿਖੇ ਗਏ ਨੇ। ਇਸ ਵਾਸਤੇ ਕਬੀਰ ਕਹਿੰਦੇ ਨੇ, ਹੁਣ ਅੱਖਰ ਉਸ ਥਾਂ ਤੇ ਲਿਖੇ ਗਏ ਨੇ ਜਿੱਥੇ ਮਿਟ ਨਹੀਂ ਸਕਦੇ। ਓਂਕਾਰ ਅਮਿੱਟ ਹੈ ਔਰ ਅਮਿੱਟ ਅੱਖਰਾਂ ਵਿੱਚ ਹਿਰਦੇ ਵਿੱਚ ਪ੍ਰਗਟ ਹੋਇਆ ਹੈ। ਤੇ ਸਤਿਗੁਰ ਦੇਵ ਜੀ ਮਹਾਰਾਜ ਦਾ ਫੁਰਮਾਨ, ਉਹ ਪਰਿਪੂਰਨ ਪਰਮਾਤਮਾ ਆਪ ਅੱਖਰਾਂ ਵਿੱਚ ਨਹੀਂ ਹੈ। ਜਿਨ ਇਹ ਲਿਖੇ ਤਿਸ ਸਰਨਾਏ, ਜਿਸਨੇ ਜਗਤ ਦਾ ਸਾਰਾ ਲੇਖਾ ਜੋਖਾ ਸੰਜੋਗ ਅੱਖਰਾਂ ਵਿੱਚ ਬੰਦ ਕੀਤਾ ਹੋਇਆ ਹੈ, ਉਹ ਆਪ ਇਹਨਾਂ ਅੱਖਰਾਂ ਤੋਂ ਨਿਆਰਾ ਹੈ। ਭਾਵ ਪੂਰਨ ਤੌਰ ਤੇ ਉਸ ਨੂੰ ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਅੱਖਰਾਂ ਵਿੱਚ ਸਾਰੇ ਦਾ ਸਾਰਾ ਅਸੀਂ ਨਹੀਂ ਢਾਲ ਸਕਦੇ। ਫਿਰ ਮਹਾਰਾਜ ਅੱਗੇ ਕਹਿੰਦੇ ਨੇ, ਜਿਵ ਫਰਮਾਏ ਤਿਵ ਤਿਵ ਪਾਏ। ਜਿਵੇਂ ਪਰਿਪੂਰਨ ਪਰਮਾਤਮਾ ਫਰਮਾਨ ਕਰਦਾ ਹੈ, ਹੁਕਮ ਕਰਦਾ ਹੈ, ਉਹੀ ਵਸਤੂ, ਉਹੀ ਰੰਗ ਰੂਪ ਪਦਾਰਥ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ। ਜੇਤਾ ਕੀਤਾ ਤੇਤਾ ਨਾਉ। ਇੱਥੇ ਨਾਉ ਦਾ ਮੁਰਾਦ ਹਸਤੀ ਸਰੂਪ। ਜੈਸੇ ਅਸੀਂ ਕਹਿੰਦੇ ਹਾਂ ਫਲਾਣੇ ਦਾ ਨਾਮ ਬਹੁਤ ਉੱਚਾ ਹੋ ਗਿਆ ਹੈ, ਬਹੁਤ ਵੱਡਾ ਹੋ ਗਿਆ ਹੈ, ਹਸਤੀਆਂ ਦਾ ਪ੍ਰਤੀਤ, ਉਹਦੀ ਹਸਤੀ ਵੱਡੀ ਹੋ ਗਈ ਹੈ, ਉਹਦੀ ਸਮਰੱਥਾ ਬਹੁਤ ਵੱਧ ਗਈ ਹੈ। ਤੋ ਜਿਹੜਾ ਇਹ ਕੀਤਾ ਹੋਇਆ ਜਗਤ ਹੈ, ਇਹ ਸਭ ਕੁਝ ਉਸ ਦਾ ਸਰੂਪ ਹੈ, ਉਸੇ ਦਾ ਹੀ ਰੂਪ ਹੈ। ਫਿਰ ਅੱਗੇ ਕਹਿੰਦੇ ਨੇ, ਬਿਨ ਨਾਵੇ ਨਾ ਇੱਕੋ ਥਾਉ। ਉਸ ਦੇ ਸਰੂਪ ਤੋਂ ਬਿਨਾਂ ਕੋਈ ਵੀ ਐਸੀ ਥਾਂ ਨਹੀਂ ਜਿੱਥੇ ਅਸੀਂ ਕਹਿ ਸਕੀਏ ਇੱਥੇ ਰੱਬ ਨਹੀਂ ਹੈ, ਇੱਥੇ ਈਸ਼ਵਰ ਨਹੀਂ ਹੈ। ਉਹ ਵਿਆਪਕ ਹੈ, ਸੰਪੂਰਨ ਹੈ, ਉਸਦੀ ਜੋਤ ਸਾਰੇ ਸੰਸਾਰ ਵਿੱਚ ਵਿਦਿਆਮਾਨ ਹੈ। ਫਿਰ ਅੱਗੇ ਕਹਿੰਦੇ ਨੇ, ਕੁਦਰਤ ਕਵਣ ਕਹਾਂ ਵਿਚਾਰ। ਫਿਰ ਮਹਾਰਾਜ ਕਹਿੰਦੇ ਨੇ, ਮੈਂ ਕੌਣ ਹਾਂ ਕੁਦਰਤ ਦੀ ਵਿਚਾਰ ਕਰ ਸਕਾਂ। ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਇਤਨੀ ਸਮਰੱਥਾ ਵੀ ਨਹੀਂ ਰੱਖਦਾ ਕਿ ਮੈਂ ਇੱਕ ਦਫਾ ਉਸ ਪਰਮ ਸ਼ਕਤੀ ਤੇ ਵਾਰਨੇ ਜਾਵਾਂ, ਸਦਕੇ ਜਾਵਾਂ। ਜੋ ਤੁਧ ਭਾਵੇ ਸਾਈ ਭਲੀਕਾਰ। ਹੇ ਅਕਾਲ ਪੁਰਖ, ਉਹ ਸਭ ਕੁਛ ਭਲਾ ਹੈ, ਜੋ ਕੁਛ ਤੈਨੂੰ ਭਾਵਦਾ ਹੈ, ਜੋ ਤੂੰ ਕਰ ਰਿਹਾ ਹੈ, ਉਹ ਆਪਣੀ ਰਜਾ ਦੇ ਮੁਤਾਬਕ ਸਭ ਸਹੀ ਹੈ। ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਸਦੀਵੀ ਹੈ, ਹਮੇਸ਼ਾ ਹੈ, ਸਲਾਮਤ ਹੈ, ਆਕਾਰ ਤੋਂ ਰਹਿਤ ਹੈ। ਤੇ ਇਹ ਸਨ ਜੀ ਕੁਦਰਤ ਦੀਆਂ 4 ਪੌੜੀਆਂ। ਕੁਦਰਤ ਦੀ ਇਹ ਵਿਚਾਰ 4 ਪੌੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਅੰਦਾਜ਼, ਆਪਣੇ ਢੰਗ ਨਾਲ ਜਗਤ ਦੇ ਸਾਹਮਣੇ ਰੱਖਦੇ ਨੇ। ਔਰ ਇਹਨਾਂ 4 ਪੌੜੀਆਂ ਵਿੱਚ ਕੁਦਰਤ ਦੀ ਝਲਕ ਦੇਖਦਿਆਂ ਮਨੁੱਖ ਵਿਸਮਾਦ ਹੋ ਕੇ ਕੁਦਰਤ ਦੇ ਮਾਲਿਕ ਕਾਦਰ ਦਾ ਦ੍ਰਿਸ਼ ਵੇਖ ਲੈਂਦਾ ਹੈ। ਕਰਤੇ ਕੁਦਰਤੀ ਮੁਸ਼ਤਾਕ। ਹੇ ਕਰਤੇ ਪੁਰਖ, ਤੇਰੀ ਝਲਕ ਮੈਨੂੰ ਕੁਦਰਤ ਵਿੱਚੋਂ ਮਿਲੀ ਹੈ। ਹੇ ਪਰਿਪੂਰਨ ਪਰਮਾਤਮਾ, ਪਦਾਰਥਾਂ ਵਿੱਚ ਵੀ ਮੈਂ ਤੇਰੀ ਝਲਕ ਦੇਖਦਾ ਹਾਂ। ਜਿਤਨਾ ਵੀ ਕੁਛ ਬਣਿਆ ਹੈ ਸਭ ਉਸੇ ਦਾ ਸਰੂਪ ਹੈ। ਜਿਵੇਂ ਕਿਹਾ ਵੀ ਹੈ ਪਹਿਲਾਂ, ਜੇਤਾ ਕੀਤਾ ਤੇਤਾ ਨਾਉ। ਤੇ ਇਹ ਸੀ ਜੀ 19ਵੀਂ ਪੌੜੀ ਦੀ ਵਿਆਖਿਆ। ਅਸੰਖ ਨਾਮ ਅਸੰਖ ਥਾਮ, ਅਗਮ ਅਗਮ ਅਸੰਖ ਲੋ। ਅਸੰਖ ਕਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾ। ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ। ਅਖਰਾਂ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਰਣਾਏ। ਜਿਵ ਫਰਮਾਏ ਤਿਵ ਤਿਵ ਪਾਏ, ਜੇਤਾ ਕੀਤਾ ਤੇਤਾ ਨਾਉ। ਵਿਨ ਨਾਵੇ ਨਾਹੀ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ। ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ। ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ।